चुक्या क्यों गया सी? कोई निरादत कर रहे सी उत्थे जाके जां उन्होंने ठीक तरीके नाल रखिया नहीं सी गुरु ग्रंथ साहब नूं तां चुक्या गया? इल्जाम ये लाया गया कि इत्थे मीट अंडा जिहड़ा वो बनदा है, इस वास्ते उत्थों चक के लैके गए। कि किते लिखिया गया कि जो सिੱਖੀ ਸਰੂਪ ਦੇ ਵਿੱਚ ਹੋਵੇਗਾ ਤਾਂ ਮੀਟ ਖਾ ਸਕਦਾ ਹੈ? कितने नहीं लिखा तो ना ही ये लिखा कि भी जी सिक्खी स्वरूप होएगा नहीं खा सकता। ਸਿੱਖੀ ਸਰੂਪ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਗਾਤਰਾ ਪਾਇਆ ਹੋਇਆ ਹੈ, ਉਹ ਮੀਟ ਤੇ ਸ਼ਰਾਬ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ, ਫਿਰ ਉਹਨਾਂ ਨਾਲ ਕੀ ਹੋਣਾ ਚਾਹੀਦਾ? ਜੇ ਅਸੀਂ ਖੰਡੇ ਬਾਟੇ ਦੀ ਪੌਲ ਅਸੀਂ ਅਕਾਲ ਤਖਤ ਸਾਹਿਬ ਤੋਂ ਲਈਏ ਜਾਂ ਕੇਸਗੜ੍ਹ ਸਾਹਿਬ ਤੋਂ ਲਈਏ, ਉੱਥੇ ਮੀਟ ਦੀ ਮਨਾਹੀ ਨਹੀਂ ਹੈਗੀ। ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ, ਕੋਈ ਸਪਸ਼ਟੀਕਰਨ ਨਹੀਂ ਹੈਗਾ ਸਿੱਖੀ ਦੇ ਵਿੱਚ ਕਿ ਵੀ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ। ਮੇਬੀ 3-4 ਬਿਲੀਅਨ ਬੰਦੇ ਹੋਣਗੇ 7.3 ਬਿਲੀਅਨ ਵਿੱਚੋਂ ਜਿਹੜੇ ਕਿ ਮੀਟ ਖਾਂਦੇ ਹੋਣਗੇ, ਉਹਨਾਂ ਨੂੰ ਤੁਸੀਂ ਕਹੋਗੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਨਾ? ਮੈਂ ਕਹਾਂਗਾ ਤੁਹਾਡੀ ਮਰਿਆਦਾ ਠੀਕ ਨਹੀਂ ਹੈ। ਸੋ ਤੁਸੀਂ ਕੌਣ ਹੁੰਦੇ ਹੋ ਕਿ ਵੀ ਇਹ ਦੱਸਣਾ ਕਿ ਵੀ ਮਰਿਆਦਾ ਠੀਕ ਹੈ? ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ, ਉਹਨੂੰ ਖੁੱਲ੍ਹੀ ਛੁੱਟ ਹੋਣੀ ਚਾਹੀਦੀ ਹੈ। ਜੇ ਅਗਰ ਉਹਨਾਂ ਨੂੰ ਇੰਨਾ ਹੀ ਕੀ ਸੀਗਾ ਕਿ ਵੀ ਸਿੱਖ ਨੇ ਮੀਟ ਨਹੀਂ ਖਾਣਾ, ਤੇ ਉਹਨਾਂ ਨੇ ਸਪਸ਼ਟ ਉੱਥੇ ਲਿਖ ਕੇ ਚਲੇ ਜਾਣਾ ਸੀਗਾ ਕਿ ਵੀ ਤੁਸੀਂ ਮੀਟ ਨਹੀਂ ਖਾ ਸਕਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਵਿਜੇ ਤੇ ਪੰਜਾਬੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਇੱਕ ਪ੍ਰੈਸ ਕਾਨਫਰੰਸ ਹੋਈ ਹੈ ਕਿ ਸਤਿਕਾਰ ਕਮੇਟੀ ਗੁਰੂ ਗ੍ਰੰਥ ਸਾਹਿਬ ਚੁੱਕੇ ਲੈ ਗਈ ਹੈ ਕਿਸੇ ਦੇ ਘਰ ਚੋਂ। ਹੁਣ ਇਸ ਨੂੰ ਲੈ ਕੇ ਕੀ ਇਤਰਾਜ਼ ਨੇ ਕਿ ਸਤਿਕਾਰ ਕਮੇਟੀ ਨੇ ਸਹੀ ਕੀਤਾ, ਕਿ ਇਹ ਹੋਣੀ ਚਾਹੀਦੀ ਸੀ? ਸਾਡੇ ਨਾਲ ਦੋ ਬੁੱਧੀਜੀਵੀ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਤਿਕਾਰ ਕਮੇਟੀ ਦਾ ਵਿਤਕਰਾ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੇ ਚੁੱਕਿਆ ਗਿਆ ਹੈ, ਕਿਸ ਦੇ ਕਹਿਣ 'ਤੇ ਚੁੱਕਿਆ ਗਿਆ, ਜਾਂ ਉਹ ਪਰਿਵਾਰਕ ਜਾਂ ਉਹ ਘਰ ਵਾਲੇ ਉਹਨਾਂ ਦਾ ਸਨਮਾਨ ਨਹੀਂ ਕਰਦੇ ਸੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਨਿਰਾਦਤ ਕੀਤਾ ਜਾ ਰਿਹਾ ਸੀ। ਆਪਾਂ ਜਾਣਾਂਗੇ, ਉਹਦੇ ਵੀ ਜਾਣਾਂਗੇ ਕਿ ਇਹ ਉਚਿਤ ਹੈ ਜੇ ਕੋਈ ਕਿਸੇ ਦਾ ਸਤਿਕਾਰ ਨਹੀਂ ਕਰ ਰਿਹਾ। ਸਤਿਕਾਰ ਕਮੇਟੀ ਨੂੰ ਪਤਾ ਕਿਵੇਂ ਲੱਗਿਆ ਕਿ ਉਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਇਆ ਤੇ ਉੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਲੈ ਜਾਈਏ? ਸਰ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਸਤਿਕਾਰ ਕਮੇਟੀ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਕੇ ਜਾਂਦੀ ਹੈ, ਤੁਸੀਂ ਕੀ ਮੰਨਦੇ ਹੋ, ਸਹੀ ਕੀਤਾ ਕਿ ਗਲਤ ਕੀਤਾ? ਮੈਂ ਸਮਝਦਾ ਵੀ ਸਤਿਕਾਰ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਚੱਕਣ ਦੀ ਬਜਾਏ ਇਸ ਤਰੀਕੇ ਨਾਲ ਜਿਹੜਾ ਵੀ ਸਮਝ ਲਓ ਮਰਿਆਦਾ ਦੀ ਪਾਲਣਾ ਨਹੀਂ ਕਰਦਾ, ਉਹਨੂੰ ਜਾਗਰੂਕ ਕਰਨਾ ਚਾਹੀਦਾ, ਉਹਨੂੰ ਮਰਿਆਦਾ ਦੇ ਤਹਿਤ ਲੈ ਕੇ ਆਉਣਾ ਚਾਹੀਦਾ ਸਮਝਾ ਕੇ। ਇਸ ਤਰ੍ਹਾਂ ਦੀ ਧੱਕੇਸ਼ਾਹੀ ਦੇ ਨਾਲ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਦੇ ਘਰ ਚੋਂ ਚੱਕ ਕੇ ਲੈ ਜਾਂਦੇ ਹਾਂ, ਤੇ ਬਾਕੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਆ, ਉਹਨਾਂ ਦੇ ਦਿਨਾਂ ਦੇ ਅੰਦਰ ਵੀ ਕਈ ਖਦਸ਼ੇ ਉਤਪੰਨ ਹੁੰਦੇ ਆ, ਔਰ ਉਹ ਹੌਲੀ ਹੌਲੀ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਹੋ ਜਾਂਦੇ ਆ। ਹੁਣ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਪਸ ਕਰਤੇ ਸਤਿਕਾਰ ਕਮੇਟੀ ਨੇ। ਹੁਣ ਉਹਨਾਂ ਨੇ ਜੋ ਇਨਫੋਰਮੇਸ਼ਨ ਮਿਲੀ ਆ ਉਸ ਘਰ ਦੇ ਵਿੱਚ ਦੁਬਾਰਾ ਪ੍ਰਕਾਸ਼ ਕਰ ਦਿੱਤਾ ਹੈ, ਔਰ ਜਿਹੜੀ ਬੜੀ ਵਧੀਆ ਚੰਗੀ ਗੱਲ ਹੋਈ ਹੈ, ਇੱਕ ਚੰਗੀ ਸ਼ੁਰੂਆਤ ਹੋਈ ਹੈ ਇਹ ਕਿ ਇਸ ਪਾਸੇ ਤੋਂ ਜਿਹੜੇ ਸਤਿਕਾਰ ਕਮੇਟੀਆਂ ਵਾਲੇ ਆ ਅੱਗੋਂ ਤੋਂ ਉਹ ਬਚਾਅ ਕਰਨਗੇ। ਤਾਂ ਚੁੱਕਿਆ ਕਿਉਂ ਗਿਆ ਸੀ? ਕੋਈ ਨਿਰਾਦਤ ਕਰ ਰਹੇ ਸੀ ਉੱਥੇ ਜਾ ਕੇ ਜਾਂ ਉਹਨਾਂ ਨੂੰ ਠੀਕ ਤਰੀਕੇ ਨਾਲ ਰੱਖਿਆ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਚੁੱਕਿਆ ਗਿਆ? ਉਹ ਇਨਫੋਰਮੇਸ਼ਨ ਮਿਲੀ ਕਿਵੇਂ ਸਤਿਕਾਰ ਕਮੇਟੀ ਨੂੰ? ਸਤਿਕਾਰ ਕਮੇਟੀ ਨੂੰ ਇਨਫੋਰਮੇਸ਼ਨ ਕਿੱਥੋਂ ਮਿਲੀ ਆ ਇਹ ਤਾਂ ਮੈਂ ਨਹੀਂ ਕਹਿ ਸਕਦਾ, ਪਰ ਜੋ ਇਲਜ਼ਾਮ ਲਾਏ ਉਹਨਾਂ ਨੇ, ਜੋ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਆਇਆ, ਉਹਦੇ ਸੀ ਵੀ ਉਹ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਹੋਏ ਆ, ਔਰ ਉਹਨਾਂ ਦੇ ਘਰ ਦੇ ਵਿੱਚ ਪ੍ਰਕਾਸ਼ ਸੀ, ਔਰ ਉਹਨਾਂ ਦੇ ਘਰ ਦੇ ਅੰਦਰ ਇਲਜ਼ਾਮ ਇਹ ਲਾਇਆ ਗਿਆ ਕਿ ਇੱਥੇ ਮੀਟ ਅੰਡਾ ਜਿਹੜਾ ਉਹ ਬਣਦਾ ਹੈ, ਇਸ ਵਾਸਤੇ ਉੱਥੋਂ ਚੱਕ ਕੇ ਲੈ ਕੇ ਗਏ ਸੀ। ਗੁਰਪ੍ਰੀਤ ਸਿੰਘ ਜੀ, ਮੇਰਾ ਖੋਜ ਸਵਾਲ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਮੀਟ ਆਂਡਾ ਬਣਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਚੁੱਕ ਕੇ ਲੈ ਗਏ ਨੇ, ਹੁਣ ਆਪਾਂ ਕਈ ਸੋਸ਼ਲ ਮੀਡੀਆ ਦੀ ਵੀਡੀਓ ਦੇਖਦੇ ਹਾਂ, ਆਪਾਂ ਗੱਲ ਵੀ ਚੱਲਦੀ ਹੈ, ਕਈ ਅਫਵਾਹਾਂ ਹੀ ਹੁੰਦੀਆਂ ਨੇ, ਪਰ ਕਈ ਗੱਲਾਂ ਸੱਚੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਜਿਹੜੇ ਗ੍ਰੰਥੀ ਆਪਾਂ ਦੇਖੇ ਸੀ, ਕਈ ਜਿਨ੍ਹਾਂ ਨੇ ਗ੍ਰੰਥੀ ਕਹਿ ਲਈਏ ਜਾਂ ਜਿਹੜੇ ਇਹੋ ਜਿਹੇ ਵਿਅਕਤੀ ਜਿਨ੍ਹਾਂ ਨੇ ਸਿੱਖੀ ਸਰੂਪ ਦੇ ਵਿੱਚ ਹੈਗੇ ਨੇ, ਜਿਨ੍ਹਾਂ ਨੇ ਗਾਤਰਾ ਪਾਇਆ ਹੋਇਆ ਹੈ, ਉਹ ਮੀਟ ਤੇ ਸ਼ਰਾਬ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ, ਫਿਰ ਉਹਨਾਂ ਨਾਲ ਕੀ ਹੋਣਾ ਚਾਹੀਦਾ? ਦੇਖੋ ਜੀ, ਗੱਲ ਇੱਦਾਂ ਹੈ, ਸ਼ਰਾਬ ਤੇ ਮਾੜੀ ਚੀਜ਼ ਹੈ ਤੇ ਸ਼ਰਾਬ ਦੀ ਤੇ ਪੂਰੀ ਨਿਖੇਧੀ ਹੈ। ਮੈਂ ਇਸ ਗੱਲ ਨਾਲ ਪੂਰਾ ਸਹਿਮਤ ਹਾਂ। ਮੀਟ ਆਂਡਾ ਜਿਹੜਾ ਹੈਗਾ ਸਾਡਾ, ਜੇ ਅਸੀਂ ਖੰਡੇ ਬਾਟੇ ਦੀ ਪੌਲ ਅਸੀਂ ਅਕਾਲ ਤਖਤ ਸਾਹਿਬ ਤੋਂ ਲਈਏ ਜਾਂ ਕੇਸਗੜ੍ਹ ਸਾਹਿਬ ਤੋਂ ਲਈਏ, ਉੱਥੇ ਮੀਟ ਦੀ ਮਨਾਹੀ ਨਹੀਂ ਹੈਗੀ। ਹਾਂ, ਕੁੱਠੇ ਦੀ ਜ਼ਰੂਰ ਮਨਾਹੀ ਹੈ, ਕਿਉਂਕਿ ਕੁੱਠਾ ਇਜ਼ ਲਾਈਕ ਅ ਸੈਕਰੀਫਿਸ਼ਲ ਮੀਟ। ਸੋ ਉਹਦੇ ਵਿੱਚ ਗੁਰੂ ਨੇ ਸਾਨੂੰ ਉਹਦੀ ਮਨਾਹੀ ਦਿੱਤੀ ਹੈ, ਸੋ ਉਹਦੇ 'ਤੇ ਆਪਾਂ ਅਮਲ ਕਰੀਏ। ਸੈਕੰਡਲੀ, ਜਿਹੜਾ ਹੁਣ ਇਹ ਜਿਹੜਾ ਸਿਸਟਮ ਹੈ ਕਿ ਵੀ ਇਹ ਕੋਈ ਮੀਟ ਖਾਂਦਾ ਹੈ, ਕੋਈ ਅੰਡਾ ਖਾਂਦਾ ਹੈ, ਮਤਲਬ ਕੁੱਠਾ ਨਾ ਹੋਵੇ, ਝਟਕਾਈ ਹੋਵੇ, ਆਫਟਰ ਆਲ, ਅਤੇ ਇਹ ਨੌਨ ਇਸ਼ੂਜ਼ ਨੇ। ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ, ਕੋਈ ਸਪਸ਼ਟੀਕਰਨ ਨਹੀਂ ਹੈਗਾ ਸਿੱਖੀ ਦੇ ਵਿੱਚ ਕਿ ਵੀ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ। ਹੁਣ ਇਹ ਤਾਂ ਮੇਰਾ ਖਿਆਲ ਹੈ ਜਿਹੜੇ ਡੇਰੇ ਵਾਲੇ ਨੇ ਜ਼ਿਆਦਾ, ਇਹਨਾਂ ਨੇ ਜ਼ਿਆਦਾ ਇਹ ਚੀਜ਼ਾਂ ਫੈਲਾਈਆਂ ਨੇ ਕਿ ਬਈ ਤੁਸੀਂ ਜਗ੍ਹਾ ਉੱਥੇ ਜਾ ਕੇ ਖੰਡੇ ਬਾਟੇ ਦੀ ਪੌਲ ਲੈਂਦੇ ਹੋ, ਤੁਹਾਨੂੰ ਮਤਲਬ ਵੈਜੀਟੇਰੀਅਨਿਜ਼ਮ ਵਿੱਚ ਜ਼ਿਆਦਾ ਠੋਸ ਦਿੰਦੇ ਨੇ। ਸੋ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਵੀ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਫਲਸਫਾ ਹੈਗਾ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਹੈ, ਉਹ ਦੁਨੀਆ ਭਰ ਦੇ ਵਿੱਚ ਫੈਲਣਾ ਚਾਹੀਦਾ। ਹੁਣ ਦੁਨੀਆ ਭਰ ਦੇ ਵਿੱਚ ਪਤਾ ਨਹੀਂ ਮੇਬੀ 3-4 ਬਿਲੀਅਨ ਬੰਦੇ ਹੋਣਗੇ 7.3 ਬਿਲੀਅਨ ਵਿੱਚੋਂ ਜਿਹੜੇ ਕਿ ਮੀਟ ਖਾਂਦੇ ਹੋਣਗੇ,
ਠੀਕ ਹੈ ਨਾ। ਤਾਂ ਉਹਨਾਂ ਨੂੰ ਤੁਸੀਂ ਕਹੋਗੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਨਾ। ਸੋ ਤੁਹਾਡੀ ਆਪਣੀ ਸੋਚ ਜਿਹੜੀ ਹੈ ਨਾ ਉਹਨੂੰ ਥੋੜ੍ਹਾ ਜਿਹਾ ਤੁਸੀਂ ਵਧਾ ਕੇ, ਸੋ ਇਹੋ ਜਿਹੀ ਜਿਹੜੀ ਨਾਲ ਜਿਹੜੀ ਮਰਿਆਦਾ ਵਾਲੀ ਤੁਸੀਂ ਗੱਲ ਕਰ ਰਹੇ ਹੋ ਨਾ, ਤੁਹਾਡੀ ਮਰਿਆਦਾ ਤੇ ਮੇਰੀ ਮਰਿਆਦਾ ਵਿੱਚ ਫਰਕ ਹੋ ਸਕਦਾ ਹੈ। ਮੈਂ ਸਵੇਰੇ 4 ਵਜੇ ਉੱਠ ਕੇ ਪਾਠ ਕਰਾਂ, ਤੁਸੀਂ ਸਵੇਰੇ 8 ਵਜੇ ਉੱਠ ਕੇ ਪਾਠ ਕਰੋ, ਤੁਸੀਂ ਮੈਂ ਕਹਾਂਗਾ ਤੁਹਾਡੀ ਮਰਿਆਦਾ ਠੀਕ ਨਹੀਂ ਹੈ। ਸੋ ਤੁਸੀਂ ਕੌਣ ਹੁੰਦੇ ਹੋ ਕਿ ਵੀ ਇਹ ਦੱਸਣਾ ਕਿ ਵੀ ਮਰਿਆਦਾ ਠੀਕ ਹੈ। ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ ਉਹਨੂੰ ਖੁੱਲ੍ਹੀ ਛੁੱਟ ਹੋਣੀ ਚਾਹੀਦੀ ਹੈ, ਫੁੱਲ ਠੀਕ ਹੈ। ਕਿਉਂਕਿ ਇੱਕ ਗੱਲ ਸਪਸ਼ਟ ਹੈ ਕਿ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੈ, ਪ੍ਰਕਾਸ਼ ਕਰਦਾ ਆਪਣੇ ਘਰੇ 'ਚ, ਉਹ ਨਿਰਾਦਰ ਸਹਿਤ ਨਹੀਂ ਕਰੇਗਾ ਜਾਂ ਕਰੇਗੀ। ਮੈਂ ਇੱਕ ਸਪਸ਼ਟ ਸਵਾਲ ਹੈ ਕਿ ਕਿਤੇ ਲਿਖਿਆ ਗਿਆ ਕਿ ਜੋ ਸਿੱਖੀ ਸਰੂਪ ਦੇ ਵਿੱਚ ਹੋਵੇਗਾ ਤਾਂ ਮੀਟ ਖਾ ਸਕਦਾ ਹੈ? ਕਿੱਥੇ ਨਹੀਂ ਲਿਖਿਆ, ਤੇ ਨਾ ਹੀ ਇਹ ਲਿਖਿਆ ਕਿ ਵੀ ਜੇ ਸਿੱਖੀ ਸਰੂਪ ਹੋਵੇਗਾ ਨਹੀਂ ਖਾ ਸਕਦਾ। ਸੋ ਇਹ ਨੌਨ ਇਸ਼ੂ ਹੈ। ਸੋ ਮਤਲਬ ਐਂਡ ਬਿਕੋਜ਼ ਇਟ ਇਜ਼ ਨੋਟ ਰਿਟਨ, ਇਹੀ ਗੱਲ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਭਈ ਗੁਰੂ ਸਾਹਿਬ ਦੀ ਨਾ ਸਿਆਹੀ ਮੁੱਕੀ ਸੀ, ਨਾ ਕਲਮ ਮੁੱਕਿਆ ਸੀਗਾ, ਨਾ ਪੰਨੇ ਮੁੱਕੇ ਸੀਗੇ। ਜੇ ਅਗਰ ਉਹਨਾਂ ਨੇ ਜੇ ਅਗਰ ਉਹਨਾਂ ਨੂੰ ਇੰਨਾ ਹੀ ਕੀ ਸੀਗਾ ਕਿ ਵੀ ਸਿੱਖ ਨੇ ਮੀਟ ਨਹੀਂ ਖਾਣਾ, ਤੇ ਉਹਨਾਂ ਨੇ ਸਪਸ਼ਟ ਉੱਥੇ ਲਿਖ ਕੇ ਚਲੇ ਜਾਣਾ ਸੀਗਾ ਕਿ ਵੀ ਤੁਸੀਂ ਮੀਟ ਨਹੀਂ ਖਾ ਸਕਦੇ। ਸੋ ਇਹਨਾਂ ਗੱਲਾਂ 'ਚੋਂ ਤੁਸੀਂ ਗੁਰੂ ਸਾਹਿਬ ਨੇ ਆਪ ਸ਼ਿਕਾਰ ਕੀਤਾ। ਹੁਣ ਤੁਸੀਂ ਇਹ ਕਹੋ ਕਿ ਗੁਰੂ ਸਾਹਿਬ ਨੇ ਸਿਰਫ ਜਾਨਵਰ ਮਾਰਨ ਨੂੰ ਲਈ ਸ਼ਿਕਾਰ ਕੀਤਾ ਸੀਗਾ, ਨਹੀਂ ਹੋ ਸਕਦਾ, ਠੀਕ ਹੈ ਨਾ। ਸੋ ਤੁਸੀਂ ਮਤਲਬ ਇਹੋ ਜਿਹੀ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਨਾ, ਤੁਸੀਂ ਕੌਮ ਨੂੰ ਇਹਨਾਂ ਵਿੱਚੋਂ ਨਾ ਫਸਾ ਕੇ ਰੱਖੋ। ਇਹ ਮਤਲਬ ਦੇਰ ਇਜ਼ ਮੈਨੀ ਮੋਰ, ਜਿਹੜਾ ਆਪਾਂ ਗੱਲ ਕਰੀਏ ਸ਼ਬਦ ਗੁਰੂ ਦੀ, ਆਪਾਂ ਗੱਲ ਕਰੀਏ ਉਹਦੇ ਫਲਸਫੇ ਦੀ, ਆਪਾਂ ਜ਼ਿਆਦਾ ਉਡਾਰੀਆਂ ਦੀ ਗੱਲਾਂ ਕਰੀਏ। ਇਹ ਜੋ ਛੋਟੀ ਚੀਜ਼ਾਂ ਦੇ ਵਿੱਚ ਫਸ ਕੇ ਨਾ ਅਸੀਂ ਕੌਮ ਨੂੰ ਨਾ ਬਿਲਕੁਲ ਹੀ ਮਤਲਬ ਭੰਬਲ ਭੂਸੇ 'ਚ ਪਾ ਰਹੇ। ਹੁਣ ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਲਿਖਿਆ ਹੈ, ਆਪਾਂ ਦੇਖਦੇ ਹਾਂ ਕਿ ਧਾਰਮਿਕ ਜਗ੍ਹਾ ਦੇ ਉੱਤੇ ਬਾਹਰ ਲਿਖਿਆ ਹੁੰਦਾ ਵੱਡੇ ਅੱਖਰਾਂ ਵਿੱਚ, ਆਂਡਾ ਮੀਟ ਤੇ ਸ਼ਰਾਬ ਪੀ ਕੇ ਅੰਦਰ ਆਉਣਾ ਸਖਤ ਮਨਾ ਹੈ। ਹੁਣ ਦੂਸਰੇ ਪੱਖ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਲਿਖਿਆ ਹੈ ਕਿ ਕਿਸੇ ਦੀ ਹੱਕ ਦੀ ਰੋਟੀ ਨਹੀਂ ਖਾਣੀ, ਕਿਸੇ ਨੂੰ ਹੱਕ ਕਿਸੇ ਦਾ ਪੂਰਾ ਦੇਣਾ ਹੈ, ਕਿਸੇ ਨੂੰ ਮਾਰਨਾ ਨਹੀਂ, ਹੋ ਕਿਸੇ ਦਾ ਖੂਨ ਨਹੀਂ ਪੀਣਾ। ਕਦੀ ਸਤਿਕਾਰ ਕਮੇਟੀ ਨੇ ਇਸ ਵਾਲੇ ਪਾਸੇ ਖਿਆਲ ਕੀਤਾ ਕਿ ਉਹ ਬੰਦਾ ਕਿਸੇ ਨਾਲ ਗਲਤ ਕੰਮ ਕਰ ਰਿਹਾ, ਜੋ ਗਲਤ ਬੰਦੇ ਨੇ ਸਿੱਖ ਬੰਦੇ ਨੇ ਜਾਂ ਕੋਈ ਵੀ ਬੰਦੇ ਨੇ ਗਲਤ ਕੰਮ ਕੀਤਾ ਸੀ, ਉਹਨਾਂ ਨੂੰ ਜਾ ਕੇ ਸਮਝਾਈਏ? ਇਹ ਕਿਸੇ ਸਤਿਕਾਰ ਕਮੇਟੀ ਨੇ ਕੀਤਾ? ਇਹ ਜਿਹੜੀ ਗੱਲਾਂ ਤੁਸੀਂ ਕੀਤੀਆਂ ਨੇ ਨਾ, ਪਤਾ ਨਹੀਂ, ਮੈਂ ਤਾਂ ਨਹੀਂ ਦੇਖਿਆ, ਬਟ ਚਲੋ ਹਾਂ, ਸ਼ਰਾਬ ਦੀ ਤਾਂ ਮੈਂ ਪਹਿਲਾਂ ਵੀ ਗੱਲ ਕਰਤੀ, ਪਰ ਇਹ ਸਾਰੀ ਚੀਜ਼ਾਂ ਨੇ ਨਾ, ਇਹ ਬਾਹਰਲੀਆਂ ਚੀਜ਼ਾਂ ਨੇ। ਬਾਹਰਲੀਆਂ ਚੀਜ਼ਾਂ ਉਹੀ ਮੈਂ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਿਰਫ ਇੱਕ ਦੇਹੀ ਰੂਪ ਦੇ ਵਿੱਚ ਪੂਜ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਰੂਪ ਦੇ ਵਿੱਚ ਅਸੀਂ ਨਹੀਂ ਵੇਖ ਰਹੇ ਤੇ ਪੂਜ ਰਹੇ, ਠੀਕ ਹੈ ਨਾ। ਤੇ ਇਹ ਸਾਰੀ ਚੀਜ਼ਾਂ ਉਸ ਹਿਸਾਬ ਨਾਲ ਹੀ ਆਉਂਦੀਆਂ ਨੇ, ਕਿਉਂਕਿ ਅਸੀਂ ਬਾਹਰੋਂ ਲੋਕਾਂ ਨੂੰ ਜੋੜ ਰਹੇ ਹਾਂ। ਬਾਹਰ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵੀ ਇਹ ਨਹੀਂ ਕਰਨਾ, ਇਹ ਬਾਹਰਲੀ ਚੀਜ਼ਾਂ ਨੇ, ਠੀਕ ਹੈ ਨਾ। ਅੰਦਰਲਾ ਜਿਹੜਾ ਹੈਗਾ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਜਿਹੜੇ ਕੈਰੈਕਟਰ ਦੀ ਗੱਲ ਹੈ, ਜਿਹੜੀ ਕਿਰਦਾਰ ਦੀ ਗੱਲ ਹੈ, ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹ ਵੀ ਸਾਡੀ ਬਜਟ ਕੁਰੈਤ ਵਿੱਚ ਆਉਣੀਆਂ ਚਾਹੀਦੀਆਂ ਸੀਗੀਆਂ, ਠੀਕ ਹੈ। ਇੱਕ ਹੈਗੀ ਉਹਨਾਂ ਵਿੱਚੋਂ, ਨਹੀਂ ਤਾਂ ਜਿਹੜੀ ਬਜਟ ਕੁਰੈਤਾਂ ਨੇ ਉਹ ਵੀ ਬਾਹਰਲੀਆਂ ਨੇ। ਰੋਮਾ ਦਾ ਕਤਲ, ਤੰਬਾਕੂ, ਕੁੱਠਾ, ਹਾਂ, ਇੱਕ ਜਿਹੜਾ ਹੈਗਾ ਕਿ ਵੀ ਪਰ ਦੀ ਇਸਤਰੀ ਤੇ ਪਰ ਦਾ ਧੰਦ ਵੱਲ ਨਹੀਂ, ਉਹ ਕੈਰੈਕਟਰ ਦੀ ਗੱਲ ਹੈ। ਬਟ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕੁਦਿਆ ਸ਼ੁਡ ਹੈਵ ਬੀਨ ਆਲਸੋ ਬਜਟ, ਮਤਲਬ ਇਹ ਕੈਰੈਕਟਰ ਦੀ ਗੱਲਾਂ ਨੇ। ਸੋ ਉਹਦੇ ਵਿੱਚ ਵੀ ਜ਼ਿਆਦਾ ਧਿਆਨ ਦੇਣਾ। ਅਤੇ ਕੈਰੈਕਟਰ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੋਂ ਤੁਹਾਨੂੰ ਪ੍ਰਾਪਤ ਹੋਏਗਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੁਹਾਨੂੰ ਮਿਲੇਗਾ, ਨਾ ਕਿ ਇਹ ਬਾਹਰੋਂ ਜਿਹੜੀ ਚੀਜ਼ਾਂ ਨੇ ਨਾ, ਲੋਕਾਂ ਨੂੰ ਕਿ ਵੀ ਤੂੰ ਇਹ ਨਹੀਂ ਕਰਨਾ, ਤੂੰ ਇਹ ਨਹੀਂ ਕਰਨਾ, ਤੂੰ ਆਪਣੀ ਪੱਗ ਟਿੱਟੀ ਇੱਦਾਂ ਪਾਣੀ ਹੈ, ਤੂੰ ਦਾੜੀ ਪ੍ਰਕਾਸ਼ ਕਰਨੀ ਹੈ, ਤੂੰ ਆਹ ਕਰਨਾ, ਉਹ ਕਰਨਾ। ਇਹਨਾਂ ਗੱਲਾਂ 'ਚ ਨਾ ਪਾਓ। ਇਹ ਰਿਚੁਅਲਿਜ਼ਮ ਹੈ ਜਿਹਨਾਂ 'ਚੋਂ ਗੁਰੂ ਨੇ ਤੁਹਾਨੂੰ ਬਿਲਕੁਲ ਕੱਢਿਆ ਸੀਗਾ। ਇਹਦੇ ਮੁੜ ਆਪਾਂ ਨੂੰ ਇਹਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ। ਤੁਸੀਂ ਜੋ ਸਤਿਕਾਰ ਕਮੇਟੀ ਨੇ ਕੀਤਾ, ਗੁਰੂ ਗ੍ਰੰਥ ਸਾਹਿਬ ਲੈ ਕੇ ਗਏ, ਤੁਸੀਂ ਇਸ ਚੀਜ਼ ਨਾਲ ਸਹਿਮਤ ਹੈਗੇ ਹੋ ਕਿ ਨਹੀਂ? ਬਿਲਕੁਲ ਨਹੀਂ, ਬਿਲਕੁਲ ਨਹੀਂ। ਅਸੀਂ ਤਾਂ ਹੀ ਅਸੀਂ ਇਹਦੇ ਉਲਟ ਅਸੀਂ ਆਵਾਜ਼ ਚੱਕੀ ਸੀਗੀ, ਕਿਉਂਕਿ ਸਾਡੇ ਹਿਸਾਬ ਨਾਲ ਤੁਸੀਂ ਕਿਸੇ ਦੇ ਘਰ ਤੋਂ ਜਬਰਨ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਚੱਕ ਕੇ ਲਿਜਾ ਸਕਦੇ, ਠੀਕ ਹੈ ਨਾ। ਤੁਸੀਂ ਉਹਨਾਂ ਨੂੰ, ਜਿੱਦਾਂ ਗਿਆਨ ਚੰਦ ਜੀ ਨੇ ਵੀ ਗੱਲ ਕੀਤੀ ਸੀਗੀ ਕਿ ਤੁਸੀਂ ਉਹਨਾਂ ਨੂੰ ਸਮਝਾਓ ਅਗਰ ਤੁਸੀਂ ਸਮਝਦੇ ਹੋ, ਅਗਰ ਵਾਕਈ ਮੇਰੇ ਹਿਸਾਬ ਨਾਲ। ਬਟ ਅਗੇਨ ਆਈ ਕਮ ਡਾਊਨ ਟੂ ਜੋ ਤੁਹਾਡੇ ਮਨ 'ਚ ਹੈਗਾ, ਅਗਰ ਦੂਜੇ ਦੇ ਮਨ 'ਚ ਨਹੀਂ ਹੈਗਾ, ਡਜ਼ਨਟ ਮੈਟਰ, ਐਜ਼ ਲੌਂਗ ਐਜ਼ ਉਹ ਨਿਰਾਦਰ। ਇੱਕ ਗੱਲ ਤਾਂ ਸਪਸ਼ਟ ਹੋਣੀ ਚਾਹੀਦੀ ਹੈ ਕਿ ਉਹ ਨਿਰਾਦਰ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰੇਗਾ ਆਪਣੇ ਘਰ 'ਚ। ਗੁਰਬਖਸ਼ ਸਿੰਘ, ਇੱਕ ਬੜੀ ਹੋਰ ਚਰਚਾ ਹੁੰਦੀ ਹੈ, ਬੜੀ ਇੱਕ ਪੁਰਾਣੀ ਚਰਚਾ ਵੀ ਚੱਲਦੀ ਆਉਂਦੀ ਹੈ ਕਿ ਜਦੋਂ ਦਾ SGPC ਨੇ, ਜਿਵੇਂ ਤੁਸੀਂ ਸਤਿਕਾਰ ਕਮੇਟੀ ਦੀ ਆਪਾਂ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਕੇ ਦਲਿਤ, ਤੁਹਾਨੂੰ ਲੱਗਦਾ ਇਸੇ ਕਾਰਨ ਟੁੱਟ ਕੇ ਜ਼ਿਆਦਾ ਨੇ ਡੇਰਿਆਂ ਵਾਲੇ ਪਾਸੇ ਕਿ ਸਾਡਾ ਵੀ ਕਸੂਰ ਹੈਗਾ, ਕਿਤੇ ਨਾ ਕਿਤੇ SGPC ਦਾ ਕਸੂਰ ਹੈਗਾ ਕਿ ਅਸੀਂ ਇਸ ਤਰੀਕੇ ਨਾਲ ਵਿਤਕਰਾ ਕਰਾਂਗੇ, ਕੱਲ੍ਹ ਨੂੰ ਦਲਿਤ ਵੀ ਸੋਚੇਗਾ ਇਸ ਚੀਜ਼ ਨੂੰ ਲੈ ਕੇ? ਦੇਖੋ ਜੀ, ਗੱਲ ਇੱਦਾਂ ਹੈ ਕਿ ਉਹ ਇਸ ਲਈ ਹੈ ਕਿਉਂਕਿ ਅਗੇਨ ਆਈ ਟੋਲਡ ਯੂ ਕਿ ਵੀ ਅਸੀਂ ਬਾਹਰੋਂ ਅਸੀਂ ਜੁੜੇ ਹੋਏ ਹਾਂ, ਠੀਕ ਹੈ ਨਾ। ਮੈਂ ਇਹ ਗੱਲ ਨਾਲ ਮੈਂ ਬਥੇਰੇ ਵਾਰੀ ਕਿਹਾ ਕਿ ਵੀ ਸਿੱਖੀ ਦੇ ਵਿੱਚ ਜਾਤ ਪਾਤ ਨਹੀਂ ਹੈ, ਪਰ ਸਿੱਖਾਂ ਦੇ ਵਿੱਚ ਹੈ, ਕਿਉਂਕਿ ਅਸੀਂ ਸਿੱਖੀ ਨੂੰ ਸਮਝਿਆ ਨਹੀਂ।
ਸੋ ਅਸੀਂ ਸਿੱਖੀ ਨੂੰ ਤਾਂ ਸਮਝਾਂਗੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਸੁਣਾਂਗੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਸੀਂ ਉਹਨੂੰ ਸਮਝਾਂਗੇ ਕਿ ਵੀ ਗੁਰੂ ਕਹਿ ਕੀ ਰਹੇ ਨੇ, ਉੱਤੇ ਅਮਲ ਕਰਾਂਗੇ, ਤਾਂ ਹੀ ਸਿੱਖੀ ਦਾ ਹੈ ਨਾ, ਇਹ ਸਿੱਖ ਹੁੰਦਾ ਨਾ। ਤੇ ਤਾਂ ਹੀ ਆਪਾਂ ਵੀ ਕਹਿੰਦੇ ਕਿ ਵੀ ਸਿੱਖੀ ਵੀ ਇੱਕ ਅੱਖਰੀ ਗਿਆਨ ਨਹੀਂ ਹੈ, ਅਨੁਭਵੀ ਗਿਆਨ ਹੈ। ਅਨੁਭਵ ਦਾ ਮਤਲਬ ਯੂ ਹੈਵ ਟੂ ਲਿਵ ਲਾਈਕ ਅ ਸਿੱਖ। ਮੇਰਾ ਇੱਕ ਆਖਰੀ ਸਵਾਲ ਗੁਰਪ੍ਰੀਤ ਸਿੰਘ ਜੀ, ਕੀ ਜੋ ਡੇਰੇ ਵੱਲ ਗਏ ਨੇ, ਸਿੱਖ ਡੇਰੇ ਵਾਲੇ ਪਾਸੇ ਗਏ ਨੇ, ਡੇਰੇ ਨੂੰ ਲੈ ਕੇ ਬੜੀ ਚਰਚਾ ਹੁੰਦੀ, ਵਿਵਾਦ ਵੀ ਹੁੰਦੀ ਤੇ ਰਾਜਨੀਤੀ ਵੀ ਚੱਲਦੀ ਹੈ, ਜੋ ਡੇਰਿਆਂ ਵੱਲ ਗਏ ਨੇ, ਤੁਸੀਂ ਮੰਨਦੇ ਹੋ ਸਪਸ਼ਟ ਕਿ ਐਸਜੀਪੀਸੀ ਦਾ ਕਸੂਰ ਹੈ, ਸਾਡੇ 'ਚ ਆਪਦੀ 'ਚ ਕਮੀਆਂ ਹੈਗੀਆਂ ਨੇ ਕਿ ਅਸੀਂ ਦਲਿਤਾਂ ਨੂੰ ਸਥਾਨ ਨਹੀਂ ਦੇ ਪਾਏ, ਇਸ ਕਰਕੇ ਟੁੱਟ ਕੇ ਡੇਰੇ ਵੱਲ ਗਏ ਨੇ? ਬਿਲਕੁਲ ਬਿਲਕੁਲ। ਵਾਟ ਇਜ਼ ਅ ਡੇਰਾ? ਡੇਰਾ ਇਜ਼ ਅਨਦਰ ਫਾਰਮ ਆਫ ਅ ਕਲੱਬ। ਅਸੀਂ ਆਪ ਹੀ ਇਹਨਾਂ ਨੂੰ ਅਸੀਂ ਭਾਈਚਾਰੇ ਨੂੰ ਗੁਲਵਕੜੀ ਪਾ ਕੇ ਨਹੀਂ ਰੱਖ ਸਕੇ, ਤੇ ਤਾਂ ਹੀ ਸਾਡੇ ਵਿੱਚੋਂ ਜਿਹੜੇ ਸੀਗੇ, ਮੈਂ ਤਾਂ ਹਾਲੀ ਵੀ ਉਹਨਾਂ ਨੂੰ ਸਿੱਖ ਹੀ ਗਿਣਦਾ ਕਿ ਹੈ ਸਿੱਖ, ਕਿਉਂਕਿ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ, ਗੁਰੂ ਨਾਨਕ ਸਾਹਿਬ ਪ੍ਰਤੀ ਬਥੇਰੀ ਸ਼ਰਧਾ ਹੈ, ਸਗੋਂ ਭਾਵੇਂ ਸਾਡੇ ਨਾਲੋਂ ਵੀ ਵੱਧ ਸ਼ਰਧਾ ਹੋਵੇ, ਪਰ ਅਸੀਂ ਉਹਨਾਂ ਨੂੰ ਕਹਿ ਕੇ ਨਹੀਂ ਤੁਸੀਂ ਨਹੀਂ ਕਰ ਸਕਦੇ। ਅਸੀਂ ਜਿਹੜਾ ਵਾਕ ਤੋਂ ਟਾਕ ਵਾਲੀ ਜਿਹੜੀ ਗੱਲ ਹੈਗੀ ਕਿ ਆਪਾਂ ਆਪਣੇ ਗੁਰਦੁਆਰਿਆਂ 'ਚ ਅਸੀਂ ਵੰਡੀਆਂ ਪਾਈਆਂ ਨੇ, ਇੱਕ ਪਿੰਡ 'ਚ ਅਸੀਂ 6 ਨਿਸ਼ਾਨ ਸਾਹਿਬ ਗੱਡਤੇ, ਕਾਹਦੇ ਵੰਡੀਆਂ ਕਰਕੇ, ਨੋਟ ਕੇ ਵੀ ਸੰਗਤ ਕਰਕੇ ਕਿ ਜੀ ਇਹਨਾਂ ਦਾ ਗੁਰਦੁਆਰਾ, ਇਹਨਾਂ ਦਾ ਗੁਰਦੁਆਰਾ ਹੈ, ਲਾਨਤ ਹੈ। ਪਿੰਡਾਂ 'ਚ ਅਸੀਂ ਮੜੀਆਂ 2-2 ਬਣਾਤੀਆਂ, 3-3 ਬਣਾਤੀਆਂ, ਵਾਟ ਫॉर? ਇਹ ਕੋਈ ਸਿੱਖੀ ਤਾਂ ਨਹੀਂ ਹੈਗੀ। ਸੋ ਇਹ ਇਸ ਲਈ ਹੈਗਾ ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਨੂੰ ਅਸੀਂ ਸਮਝ ਨਹੀਂ ਸਕੇ, ਅਸੀਂ ਸਿਰਫ ਪੋਲਿਟਿਕਸ ਦੇ ਵਿੱਚ ਰਹਿ ਗਏ ਹਾਂ ਕਿ ਵੀ ਇਹ ਇੱਕ ਧਿਰ ਦਾ ਹੈਗਾ, ਉਹ ਤਰ੍ਹਾਂ। ਮੈਂ ਤਾਂ ਕਹਿੰਦਾ ਇੱਕੋ ਹੀ ਜਥੇਬੰਦੀ ਹੈ, ਸਿੱਖ ਜਥੇਬੰਦੀ, ਬਾਕੀ ਧਿਰਾਂ ਹੋਣਗੀਆਂ, ਲੈਟ them be। ਜੇ ਸਤਿਕਾਰ ਕਮੇਟੀ ਹੁਣ ਗੁਰੂ ਸਾਹਿਬ ਨੂੰ ਚੁੱਕ ਕੇ ਲੈ ਗਏ ਨੇ, ਆਪਾਂ ਪਹਿਲਾਂ ਦੇਖਿਆ ਸੀ ਕਿ ਐਸਜੀਪੀਸੀ ਫਰਮਾਨ ਵੀ ਜਾਰੀ ਹੁੰਦਾ ਸੀ, ਪਰ ਉਸ ਦੇ ਉੱਪਰ ਗੱਲ ਨਹੀਂ ਕਰਦੇ। ਜਿਸ ਤਰੀਕੇ ਨਾਲ ਸਰੂਪ ਚੋਰੀ ਕੀਤੇ ਗਏ ਨੇ, ਐਸਜੀਪੀਸੀ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਸਰੂਪ ਕਿੱਥੋਂ ਚੋਰੀ ਕੀਤੇ ਗਏ ਨੇ। ਜੇ ਇੱਕ ਘਰ ਵਿੱਚੋਂ ਪਤਾ ਲੱਗ ਸਕਦਾ ਸਤਿਕਾਰ ਕਮੇਟੀ ਨੂੰ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਆਦਰ ਨਹੀਂ ਹੋ ਰਿਹਾ, ਇੰਨੇ ਸਰੂਪ ਚੱਕੇ ਗਏ ਨੇ ਕਿ ਇਹਨਾਂ ਨੂੰ ਉਹ ਨਹੀਂ ਪਤਾ ਲੱਗਿਆ ਸਤਿਕਾਰ ਕਮੇਟੀ ਨੂੰ ਕਿ ਸਰੂਪ ਗਏ ਕਿੱਥੇ। ਇਹ ਤੇ ਹੁਣ ਉਹੀ ਜਵਾਬ ਦੇਣਗੇ, ਅਸੀਂ ਸਾਰੇ ਵੀ ਪੁੱਛਾਂਗੇ, ਕੌਮ ਵੀ ਪੁੱਛ ਰਹੀ ਹੈ, ਸਾਰੇ ਪੁੱਛ ਰਹੇ ਨੇ ਕਿ ਵੀ ਇੰਨੇ ਸਰੂਪ ਉੱਥੇ ਗਾਇਬ ਹੋਏ ਨੇ। ਕਿ ਪਿੱਛੇ ਤੇ ਜਦੋਂ ਨਿਕਲੀ ਸੀ ਗੱਲ ਕਿ ਵੀ ਚਲੋ ਕੁਝ ਸਰੂਪਾਂ ਨੂੰ ਅੱਗ ਲੱਗ ਗਈ ਸੀਗੀ, ਚਲੋ ਦੈਟ ਆਈ ਕੈਨ ਸਟਿਲ ਅੰਡਰਸਟੈਂਡ, ਆਫਟਰ ਆਲ ਅੱਗ ਲੱਗ ਸਕਦੀ ਹੈ, ਇਟ ਕੈਨ ਬੀ ਐਨ ਐਕਸੀਡੈਂਟ। ਪਰ ਹੁਣ ਇਹ ਤੇ ਹੋਰੀ ਚੀਜ਼ ਮੂਹਰੇ ਆ ਰਹੀ ਹੈ ਕਿ ਜਦੋਂ ਪਹਿਲਾਂ 267 ਦੀ ਗੱਲ ਕਰ ਰਹੇ ਸੀਗੇ, ਹੁਣ 300 ਕੁਛ ਦੀ ਗੱਲ ਕਰ ਰਹੇ ਨੇ ਜਿਹੜੀ ਕਮੇਟੀ ਬਣੀ ਸੀਗੀ। ਸੋ ਇਹ ਜਿਹੜਾ ਹੋਇਆ ਹੈ, ਇਹ ਤੇ ਸ਼ਰੇਆਮ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਨਾ, ਇਹ ਸਾਰੀ ਗੱਲਾਂ ਅਗੇਨ ਆਈ ਟੋਲਡ ਯੂ ਕਿ ਵੀ ਇਹ ਸਾਰਾ ਕੁਝ ਹੋਇਆ ਪੋਲਿਟਿਕਸ ਦੇ ਨਾਲ, ਕਿਉਂਕਿ ਕੋਈ ਬੰਦਾ ਕਹਿ ਦਿੰਦਾ ਸੀਗਾ ਕਿ ਵੀ ਇਹਨੂੰ ਸਰੂਪ ਦੇ ਦਿਓ, ਇਹਨੂੰ ਸਰੂਪ ਦੇ ਦਿਓ। ਹੁਣ ਇਹੀ ਗੱਲਾਂ ਹੋਣਗੀਆਂ ਅਗਰ ਕੋਈ ਕਿਸੇ ਦਾ ਹਾਮੀ ਭਰੇਗਾ ਕਿ ਵੀ ਤੂੰ ਜਾ ਕੇ ਹੁਣ ਤੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਸਕਦਾ, ਤੇ ਉਹਨੇ ਇੱਕ ਦੀ ਥਾਂ ਤੇ ਉਹਨਾਂ ਨੇ 2 ਦੇਤੇ। ਕਿਉਂਕਿ ਤੁਹਾਨੂੰ ਲੱਗਦਾ ਕਿ ਪੋਲੀਟੀਸ਼ੀਅਨ ਬਲੀ ਚਾੜ ਸਕਦੇ ਨੇ ਧਰਮ ਦੀ ਵੀ, ਜੇ ਉਹਨਾਂ ਨੂੰ ਰਾਜਨੀਤੀ ਵਿੱਚ ਦਬਾ ਦੇਣਾ ਚਾਹੀਦਾ? ਕੀਤਾ ਹੋਰ ਕੀ ਕੀਤਾ ਪੋਲੀਟੀਸ਼ੀਅਨ ਨੇ? ਉਹਨਾਂ ਨੇ ਧਰਮ ਨੂੰ ਵਰਤਿਆ ਹੀ ਹੈ। ਮੈਂ ਤੇ ਸਾਡਾ ਜਿਹੜਾ ਧਰਮ ਹੈ, ਇਹਨੂੰ ਸਿਆਸਤ ਨੇ ਜਕੜਿਆ ਹੋਇਆ, ਸਾਨੂੰ ਇਸ ਤੋਂ ਬਾਹਰ ਨਿਕਲਣਾ ਪਏਗਾ ਜੇ ਧਰਮ ਨੂੰ ਬਚਾਉਣਾ ਹੈ। ਜਿਵੇਂ ਤੁਸੀਂ ਸੁਣੇ, ਸਾਰੇ ਵਿਚਾਰ ਸੁਣੇ ਨੇ, ਮਾਮਲਾ ਇਹ ਸੀ ਕਿ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਗਏ ਸਤਿਕਾਰ ਕਮੇਟੀ ਵਾਲੇ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਇਸ ਦੀ ਨਿਖੇਧੀ ਕੀਤੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਬੁੱਧੀਜੀਵਾਂ ਨੇ। ਹੁਣ ਸਵਾਲ ਇਹ ਖੜਾ ਹੁੰਦਾ ਕਿ ਜੇ ਸਤਿਕਾਰ ਕਮੇਟੀ ਵਾਲੇ ਉੱਥੋਂ ਦੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਲੈ ਗਏ ਨੇ, ਕਿਹਾ ਇਹ ਜਾਂਦਾ ਕਿ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਇੱਜ਼ਤ, ਜਾਂ ਆਪਾਂ ਕਹਿ ਲਈਏ ਕਿ ਉਹ ਮਾਨ ਸਨਮਾਨ ਨਹੀਂ ਮਿਲ ਰਿਹਾ ਸੀ, ਉੱਥੇ ਨਿਰਾਦਰ ਹੋ ਰਹੀ ਸੀ। ਹੁਣ ਸੋਚਣ ਵਾਲੀ ਗੱਲ ਇਹ ਕਿ ਜੇ ਸਿੱਖੀ ਸਰੂਪ ਉੱਥੇ ਪਹਿਲਾਂ ਚੋਰੀ ਹੋਏ ਨੇ, ਕਿ ਸਤਿਕਾਰ ਕਮੇਟੀ ਨੂੰ ਉਸ ਚੀਜ਼ ਦਾ ਪਤਾ ਨਹੀਂ ਸੀ, ਜਾਂ ਵੀ ਕਿ ਰਾਜਨੀਤੀ ਤਹਿਤ ਕੀਤਾ ਜਾ ਰਿਹਾ। ਹੁਣ ਉਹਨਾਂ ਨੇ, ਸਤਿਕਾਰ ਕਮੇਟੀ ਨੇ ਜੋ ਗੁਰੂ ਗ੍ਰੰਥ ਸਾਹਿਬ ਹੈ ਵਾਪਸ ਉਸ ਪਰਿਵਾਰ ਨੂੰ ਦੇ ਦਿੱਤਾ ਹੈ, ਉਸ ਘਰ ਵਿੱਚ ਚਲਾ ਗਿਆ। ਪਰ ਚੁੱਕਣ ਤੋਂ ਪਹਿਲਾਂ ਕੀ ਸਤਿਕਾਰ ਕਮੇਟੀ ਨੇ ਸੋਚਿਆ ਸੀ? ਇਹ ਬੜੇ ਸਵਾਲ ਨੇ, ਬੜੇ ਮੁੱਦੇ ਨੇ, ਕਿਤੇ ਨਾ ਕਿਤੇ ਜਾ ਕੇ ਇਹ ਮੁੱਦੇ ਉਬਾਲੇ ਵੀ ਖਾਦੇ ਨੇ ਪੰਜਾਬ ਦੇ ਵਿੱਚ। ਇਸ ਦੀ ਹਕੀਕਤ ਕੀ ਹੋਏਗੀ ਆਪਾਂ ਸਮਾਂ ਦੇਖੇਗਾ ਆਉਣ ਵਾਲੇ 'ਚ। ਪਰ ਇੱਕ ਗੱਲ ਸਪਸ਼ਟ ਹੈ ਕਿ ਕੋਈ ਵੀ ਦਲਿਤ ਵਿਅਕਤੀ ਜਾਂ ਕੋਈ ਵੀ ਹੋਰ ਵਿਅਕਤੀ ਗੁਰੂ ਗ੍ਰੰਥ ਸਾਹਿਬ ਨੂੰ ਜੇ ਪੜ੍ਹਨਾ ਚਾਹੁੰਦਾ ਹੈ, ਉਸ ਉੱਪਰ ਕਿਸੇ ਨੂੰ ਵੀ ਕੋਈ ਰੋਕ ਨਹੀਂ, ਚਾਹੇ ਉਹ ਕੋਈ ਵੀ ਜਾਤੀ ਦਾ ਹੋਵੇ। ਪਰ ਸਤਿਕਾਰ ਕਮੇਟੀ ਨੇ ਕੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਇਹ ਸਹੀ ਕੀਤਾ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ।